ਹੋ ਗਿਆ ਧੋਖਾ ਪੰਜਾਬ ਦੇ 65,000 ਮੁਲਾਜ਼ਮਾਂ ਨਾਲ। ਕਦੇ ਨਹੀਂ ਪੱਕੇ ਹੋਣਗੇ ਇਹ ਕੱਚੇ ਮੁਲਾਜ਼ਮ। ਸਰਕਾਰ ਦੇ ਕਾਨੂੰਨ ਵਿੱਚ ਫੜੀ ਗਈ ਚਲਾਕੀ। ਹੁਣ ਪੰਜਾਬ ਦੇ ਦਰਜਾ 3 ਤੇ ਦਰਜਾ 4 ਮੁਲਾਜ਼ਮਾਂ ਨਾਲ ਇੱਕ ਹੋਰ ਧੋਖਾ ਹੋ ਗਿਆ ਹੈ। ਸਦਨ ਦੇ ਵਿੱਚ ਮਾਨ ਸਰਕਾਰ ਨੇ ਮਾਨਸੂਨ ਸੈਸ਼ਨ ਦੇ ਅਖੀਰਲੇ ਦਿਨ ਜਾਣਬੁੱਝ ਕੇ ਇਹ ਬਿੱਲ ਲਿਆਂਦਾ ਤਾਂ ਕਿ ਇਸ ਤੇ ਕੋਈ ਚਰਚਾ ਵੀ ਨਾ ਹੋ ਸਕੇ। ਆਖਰੀ ਦਿਨ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ, ਪਰ ਸਦਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਦਾਅਵੇ ਕੀਤੇ, ਪਰ ਬਿੱਲ ਨੂੰ ਪੜ੍ਹ ਕੇ ਸਾਰੇ ਖੋਖਲੇ ਹੀ ਸਾਬਿਤ ਹੋਏ। ਕਰਮਚਾਰੀਆਂ ਨੂੰ ਪ੍ਰੋਵੀਡੈਂਟ ਫੰਡ, ESI, ਗ੍ਰੈਚੁਇਟੀ, ਮੈਟਰਨਿਟੀ ਦੇ ਲਾਭ ਤੇ ਹੋਰ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਹੋਣਗੀਆਂ। ਕਿਉਂਕਿ ਸਾਡੀ ਸਰਕਾਰ ਦੌਰਾਨ ਮੈਂ ਇਹ ਗੱਲ ਕਹੀ ਸੀ ਕਿ ਹੁਣ ਤਾਂ ਕੱਚੇ ਕੋਠਿਆਂ ਦਾ ਰਿਵਾਜ ਵੀ ਖਤਮ ਹੋ ਗਿਆ ਤੇ ਕੱਚੇ ਮੁਲਾਜ਼ਮਾਂ ਦਾ ਜਿਹੜਾ ਇਹ ਲਫ਼ਜ਼ ਜਿਹੜਾ ਹੈ ਖਤਮ ਕਰਨਾ ਹੌਲੀ ਜਿੰਨਾ ਵੀ ਸਾਡੇ ਕੋਲੇ ਜਿੰਨਾ ਸਾਨੂੰ ਕਾਨੂੰਨ ਅਲਾਉ ਕਰਦਾ ਮਾਨਯੋਗ ਕੋਰਟਾਂ ਦੇ ਵਿੱਚ ਵੀ ਬਹੁਤ ਸਾਰੇ ਕੇਸ ਜਿਹੜੇ ਲੰਬਿਤ ਪਏ ਨੇ। ਸੋ ਜਿੱਦਾਂ ਸਾਡਾ ਬਸ ਜਿੰਨਾ ਚਿਰ ਚੱਲਦਾ ਅਸੀਂ ਇਹੀ ਕੋਸ਼ਿਸ਼ ਕਰਨੀ ਹੈ ਕਿ ਮਜ਼ਦੂਰ ਦੀ ਮਜ਼ਦੂਰੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲੇ। ਸੋ ਮੈਂ ਇਸ ਕੰਮ ਲਈ ਇਸ ਬਿੱਲ ਨੂੰ ਲਿਆਉਣ ਲਈ ਮੈਂ ਚੀਮਾ ਸਾਹਿਬ ਨੂੰ ਵਧਾਈ ਵੀ ਦਿੰਦਾ ਤੇ ਨਾਲ ਮੈਂ ਉਮੀਦ ਕਰਦਾ ਕਿ ਇਹਨੂੰ ਸਰਬਸੰਮਤੀ ਨਾਲ ਪਾਸ ਕਰਕੇ ਤਾਂ ਕਿ ਅਸੀਂ ਪੰਜਾਬ ਦੇ ਹਜ਼ਾਰਾਂ ਕਰਮਚਾਰੀ ਜਿਹੜੇ ਕਿ ਆਊਟਸੋਰਸਿੰਗ ਰਾਹੀਂ ਕੰਮ ਕਰਦੇ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਕੱਲ੍ਹ ਨੂੰ ਕੱਢ ਦੇਣਗੇ ਪਰਸੋਂ ਨੂੰ ਕੱਢ ਦੇਣਗੇ, ਉਹ ਤਲਵਾਰ ਜਿਹੜੀ ਹੈ ਹਟਾਈਏ ਤੇ ਉਹਨਾਂ ਦਾ ਮਾਣ ਸਤਿਕਾਰ ਬਹਾਲ ਕਰੀਏ। ਪੰਜਾਬ ਦੇ ਇਤਿਹਾਸ ਵਿੱਚ ਇਹ ਗੱਲ ਹਮੇਸ਼ਾ ਦੇਖੀ ਗਈ ਹੈ ਕਿ ਜਦੋਂ ਵੀ ਸਰਕਾਰਾਂ ਸੰਕਟ ਵਿੱਚ ਹੁੰਦੀਆਂ ਹਨ ਜਾਂ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਅਜਿਹੇ ਬਿੱਲ ਲਿਆ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਗਸਤ ਦੇ ਇਸ ਮਾਨਸੂਨ ਸੈਸ਼ਨ ਵਿੱਚ ਪੰਜਾਬ ਵਿਧਾਨ ਸਭਾ ਨੇ ਦ ਪੰਜਾਬ ਸਟੇਟ ਆਊਟਸੋਰਸਡ ਪਰਸਨਲ ਬਿੱਲ ਪਾਸ ਕਰ ਦਿੱਤਾ। ਸਰਕਾਰ ਨੇ ਦਾਅਵਾ ਕੀਤਾ ਕਿ ਇਹ ਬਿੱਲ ਗਰੁੱਪ C ਅਤੇ D ਦੇ ਆਊਟਸੋਰਸ ਮੁਲਾਜ਼ਮਾਂ ਨੂੰ ਠੇਕੇਦਾਰਾਂ ਦੇ ਚੁੰਗਲ ਤੋਂ ਛੁਡਾ ਕੇ ਸਿੱਧਾ ਸਰਕਾਰੀ ਠੇਕੇ ਤੇ ਲਿਆਉਣ ਲਈ ਬਣਾਇਆ ਗਿਆ ਹੈ। ਪਰ ਜਦੋਂ ਤੁਸੀਂ ਇਸ ਬਿੱਲ ਦੀ ਬਾਰੀਕੀ ਨਾਲ ਸਮੀਖਿਆ ਕਰਦੇ ਹੋ ਤਾਂ ਸਮਝ ਆਉਂਦੀ ਹੈ ਕਿ ਇਹ ਰੈਗੂਲਰਾਈਜੇਸ਼ਨ ਨਹੀਂ, ਸਗੋਂ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਧੂੜ ਝੋਂਕਣ ਦੀ ਇੱਕ ਹੋਰ ਕੋਸ਼ਿਸ਼ ਹੈ। ਮਈ ਦੇ ਮਹੀਨੇ ਵਿੱਚ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਮੰਤਰੀਆਂ ਨੇ ਮੀਡੀਆ ਸਾਹਮਣੇ ਆ ਕੇ ਵੱਡੇ ਦਾਅਵੇ ਕੀਤੇ ਸਨ। ਉਹਨਾਂ ਨੇ ਕਿਹਾ ਸੀ ਕਿ ਪੰਜਾਬ ਵਿੱਚੋਂ ਆਊਟਸੋਰਸਿੰਗ ਅਤੇ ਠੇਕੇਦਾਰੀ ਸਿਸਟਮ ਦਾ ਪੂਰੀ ਤਰ੍ਹਾਂ ਭੋਗ ਪਾ ਦਿੱਤਾ ਜਾਵੇਗਾ। ਇਹ ਵੀ ਕਿਹਾ ਗਿਆ ਸੀ ਕਿ 51 ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ 65,000 ਤੋਂ ਵੱਧ ਆਊਟਸੋਰਸ ਮੁਲਾਜ਼ਮਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ, ਜਿਸ ਦੇ ਪਹਿਲੇ ਫੇਜ਼ ਵਿੱਚ 26 ਤੋਂ 28,000 ਮੁਲਾਜ਼ਮਾਂ ਨੂੰ ਕਵਰ ਕੀਤਾ ਜਾਵੇਗਾ। ਠੇਕੇਦਾਰਾਂ ਰਾਹੀਂ ਹੁੰਦੇ ਸ਼ੋਸ਼ਣ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਗਏ। ਤਨਖਾਹਾਂ ਸਿੱਧੀਆਂ ਬੈਂਕ ਖਾਤਿਆਂ ਵਿੱਚ ਪਾਉਣ ਅਤੇ PF, ESI, ਗ੍ਰੈਚੁਇਟੀ, ਮੈਟਰਨਿਟੀ ਲੀਵ ਵਰਗੀਆਂ ਸੁਵਿਧਾਵਾਂ ਦੇਣ ਦੀਆਂ ਗੱਲਾਂ ਕੀਤੀਆਂ ਗਈਆਂ। ਇਹ ਵੀ ਕਿਹਾ ਗਿਆ ਸੀ ਕਿ ਫਾਇਰ ਸਰਵਿਸ, PSPL ਲਾਈਨਮੈਨ ਅਤੇ ਸੀਵਰੇਜ ਵਰਗੇ ਜੋਖਿਮ ਭਰੇ ਕੰਮ ਕਰਨ ਵਾਲਿਆਂ ਨੂੰ 3 ਸਾਲ ਦੀ ਸੇਵਾ ਤੋਂ ਬਾਅਦ ਅਤੇ ਬਾਕੀਆਂ ਨੂੰ 5 ਸਾਲ ਦੀ ਸੇਵਾ ਤੋਂ ਬਾਅਦ ਸਰਕਾਰੀ ਕੰਟਰੈਕਟ ਦਿੱਤਾ ਜਾਵੇਗਾ। ਸਰਕਾਰ ਨੇ ਇਸ ਨੂੰ ਇੱਕ ਇਤਿਹਾਸਿਕ ਕਦਮ ਦੱਸਿਆ ਸੀ। ਕੌਮ ਦੇ ਅੰਦਰ ਸਰਵਿਸ ਕਰਦੇ ਨੇ ਉਹਨਾਂ ਨੂੰ ਅਸੀਂ 3 ਸਾਲ ਦਾ ਟਾਈਮ ਪੀਰੀਅਡ ਦਿੱਤਾਗਾ ਔਰ ਦੂਸਰੇ ਜਿਹੜੇ ਐਲੀਜੀਬਲ ਕੈਂਡੀਡੇਟ ਨੇ ਉਹਨਾਂ ਵਿੱਚ ਅਸੀਂ 5 ਸਾਲ ਦਾ ਸਮਾਂ ਰੱਖਿਆ ਗਿਆ, ਪਰ ਲੇਕਿਨ ਉਹਦੇ ਅੰਦਰ ਕੋਈ ਸ਼ਰਤਾਂ ਰੱਖੀਆਂ ਨੇ ਕਿ ਲਗਾਤਾਰ ਜਿਹੜੀ ਕੰਟੀਨਿਊ ਉਹਨਾਂ ਦਾ ਸਮਾਂ ਹੋਵੇ, 240 ਦਿਨ ਉਹਨਾਂ ਦਾ ਕੰਪਲੀਟ ਹੋਵੇ 1 ਸਾਲ ਦੇ ਅੰਦਰ। ਕੁਝ ਸ਼ਰਤਾਂ ਲਾ ਕੇ ਮੈਂ ਸਮਝਦਾ ਬਹੁਤ ਹੀ ਇਤਿਹਾਸਿਕ ਬਿੱਲ ਜਿਹੜਾ ਅੱਜ ਪੇਸ਼ ਹੋ ਰਿਹਾ। ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਹਜ਼ਾਰਾਂ ਹੀ ਨੌਜਵਾਨਾਂ ਦੀ ਇਹ ਮੰਗ ਸੀਗੀ, ਉਹ ਮੰਗ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੀ ਕੀਤੀ ਆ। ਅੱਜ ਮੈਂ ਸਮਝਦਾ ਲਗਭਗ 65,000 ਦੇ ਕਰੀਬ ਨੌਜਵਾਨ ਜਿਹੜਾ ਸਾਡੇ ਮੁੰਡੇ ਕੁੜੀਆਂ ਜਿਹੜੇ ਕੋਈ 10 ਸਾਲ ਤੋਂ ਲੱਗਿਆ, ਕੋਈ 8 ਸਾਲ ਤੋਂ ਲੱਗਿਆ, ਕੋਈ 15 ਸਾਲ ਤੋਂ ਲੱਗਿਆ, ਉਹਨਾਂ ਦੇ ਲਈ ਇੱਕ ਬਹੁਤ ਵੱਡੀ ਰਾਹਤ ਜਿਹੜੀ ਆ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਿੱਤੀ ਆ। ਸੋ ਇਹ ਬਿੱਲ ਜਿਹੜਾ ਬਹੁਤ ਹੀ ਇੰਪੋਰਟੈਂਟ ਬਿੱਲ ਆ। ਸੋ ਇਹ ਬਿੱਲ ਨੂੰ ਮੈਂ ਸਮਝਦਾ ਤੁਰੰਤ ਪਾਸ ਕੀਤਾ ਜਾਵੇ। ਪਰ ਅਸਲੀਅਤ ਕੀ ਹੈ? ਅਸਲੀਅਤ ਇਹ ਹੈ ਕਿ ਜੋ ਬਿੱਲ ਪਾਸ ਕੀਤਾ ਗਿਆ ਹੈ ਉਹ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲਾ ਬਿੱਲ ਹੈ ਹੀ ਨਹੀਂ। ਇਹ ਸਿਰਫ ਆਊਟਸੋਰਸਿੰਗ ਏਜੰਸੀਆਂ ਤੋਂ ਹਟਾ ਕੇ ਸਰਕਾਰ ਦੇ ਆਪਣੇ ਕੰਟਰੈਕਟ ਤੇ ਲਿਆਉਣ ਦਾ ਬਿੱਲ ਹੈ। ਰੈਗੂਲਰਾਈਜੇਸ਼ਨ ਦਾ ਜੋ ਦੂਜਾ ਬਿੱਲ ਲਿਆਉਣ ਦਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਸਰਕਾਰ ਨੇ ਚੁੱਪਚਾਪ ਟਾਲ ਦਿੱਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਵਿੱਚ ਕਿਹਾ ਕਿ ਰੈਗੂਲਰਾਈਜੇਸ਼ਨ ਬਿੱਲ ਬਾਅਦ ਵਿੱਚ ਲਿਆਂਦਾ ਜਾਵੇਗਾ, ਪਰ ਉਸ ਲਈ ਕੋਈ ਸਮਾਂ ਸੀਮਾ ਨਿਰਧਾਰਿਤ ਨਹੀਂ ਕੀਤੀ ਗਈ। ਇਸ ਦਾ ਮਤਲਬ ਇਹ ਹੈ ਕਿ ਮੁਲਾਜ਼ਮ ਅੱਜ ਵੀ ਉਸੇ ਤਰ੍ਹਾਂ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਜੀ ਰਹੇ ਹਨ ਜਿਵੇਂ ਪਹਿਲਾਂ ਜੀ ਰਹੇ ਸਨ। ਮੁਲਾਜ਼ਮਾਂ ਨੂੰ ਇਹ ਸਮਝਣਾ ਪਵੇਗਾ ਕਿ ਇਹ ਕੋਈ ਪੱਕੀ ਨੌਕਰੀ ਨਹੀਂ ਹੈ, ਇਹ ਸਾਲ ਦਰ ਸਾਲ ਨਵੀਨੀਕਰਨ ਹੋਣ ਵਾਲਾ ਇੱਕ ਕੰਟਰੈਕਟ ਹੈ। ਜੇਕਰ ਭਵਿੱਖ ਵਿੱਚ ਕਿਸੇ ਮੁਲਾਜ਼ਮ ਨੇ ਰੈਗੂਲਰ ਹੋਣਾ ਵੀ ਹੈ ਤਾਂ ਉਸ ਨੂੰ ਪਹਿਲਾਂ 5 ਸਾਲ ਆਊਟਸੋਰਸਿੰਗ ਤੇ ਫਿਰ 10 ਸਾਲ ਸਰਕਾਰੀ ਕੰਟਰੈਕਟ ਤੇ ਕੰਮ ਕਰਨਾ ਪਵੇਗਾ ਅਤੇ ਉਸ ਤੋਂ ਬਾਅਦ ਵੀ ਜੇਕਰ ਵਿਭਾਗ ਵਿੱਚ ਖਾਲੀ ਅਸਾਮੀਆਂ ਹੋਈਆਂ ਤਾਂ ਸਰਕਾਰ ਉਸ ਤੇ ਵਿਚਾਰ ਕਰੇਗੀ। यानी 15-15 साल की सर्विस तो बाद भी कोई गारंटी नहीं है कि मुलाजम पक्का होवेगा या नहीं। ये मुलाजमां नाल कीता गया एक वड्डा मजाक है।
ਬਿੱਲ ਦੀਆਂ ਕਮੀਆਂ ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਡਾ ਧੋਖਾ ਸੈਕਸ਼ਨ 5(4) ਵਿੱਚ ਲਿਖਿਆ ਗਿਆ ਹੈ। ਇਸ ਸੈਕਸ਼ਨ ਵਿੱਚ ਸਾਫ਼ ਤੌਰ ਤੇ ਦਰਜ ਹੈ ਕਿ ਡਾਇਰੈਕਟ ਕੰਟਰੈਕਚੁਅਲ ਅੰਗੇਜਮੈਂਟ ਨਾਲ ਕਰਮਚਾਰੀ ਨੂੰ ਪੱਕੇ ਹੋਣ ਦਾ ਕੋਈ ਕਾਨੂੰਨੀ ਹੱਕ ਨਹੀਂ ਮਿਲੇਗਾ। ਸਰਕਾਰ ਨੇ ਕਾਨੂੰਨੀ ਤੌਰ ਤੇ ਆਪਣੇ ਆਪ ਨੂੰ ਹਰ ਜ਼ਿੰਮੇਵਾਰੀ ਤੋਂ ਮੁਕਤ ਕਰ ਲਿਆ ਹੈ। ਜੇਕਰ ਕੋਈ ਮੁਲਾਜ਼ਮ ਅਦਾਲਤ ਵਿੱਚ ਜਾ ਕੇ ਪੱਕੇ ਹੋਣ ਦਾ ਦਾਅਵਾ ਕਰਨਾ ਚਾਹੇਗਾ ਤਾਂ ਇਹ ਕਾਨੂੰਨ ਉਸ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਬਣੇਗਾ। ਪੰਜਾਬ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਬੈਠੋ ਪਲੀਜ਼। ਉਹ ਬੱਚਿਆਂ ਨੂੰ ਕੰਸੀਡਰ ਕੀਤਾ ਜਾਊਗਾ। ਇਹਦੇ ਰੂਲ ਬਣਨਗੇ, ਬਿਲਕੁਲ ਰਾਣਾ ਜੀ, please ਮਿਨੀਮਮ chair ਤੇ। ਕੁਆਲੀਫਿਕੇਸ਼ਨ ਉਹਨਾਂ ਨੇ ਪਾਸ ਕੀਤੀ ਆ, ਪੂਰਾ chair ਐਕਟ ਤੇ ਜੀ। ਬਣੋਗੇ। ਜਿਨ੍ਹਾਂ ਦਾ ਲੈਂਥ ਆਫ ਸਰਵਿਸ 3 ਇਅਰ ਜਾਂ 5 ਇਅਰ ਮਿਲ ਜਾਏਗਾ ਮੌਕਾ, ਬੈਠੋ। ਉਹੀ ਵਿਚਾਰੇ ਜਾਣਗੇ। ਡੋਮਿਸਾਈਲ ਬੈਠੋ ਜੀ, ਚੈੱਕ ਬੈਠੋ। ਹੋਣਗੇ, ਐਜੂਕੇਸ਼ਨ ਚੈੱਕ ਬੈਠੋ ਹੋਊਗੀ, ਜੀ, ਬੈਠੋ। ਫਿਰ ਜਾ ਕੇ ਉਹ ਜਿਹੜੇ ਕੰਟਰੈਕਟ ਤੇ ਆਉਣਗੇ। ਮੰਤਰੀ ਸਾਹਿਬ ਬੋਲ ਰਹੇ ਆ, ਬਿਲਕੁਲ ਬੈਠੋ। ਇਹਦੇ ਅੰਦਰ ਕੋਈ ਨਵੀਂ ਇੰਪਲਾਇਮੈਂਟ ਨਹੀਂ ਪੈਦਾ ਕੀਤੀ ਜਾ ਰਹੀ, ਬਲਕਿ ਜਿਹੜੇ ਆਲਰੇਡੀ ਸਰਕਾਰ ਦੇ ਕੋਲੇ ਨੇਗੇ। ਔਰ ਜਦੋਂ ਤੁਸੀਂ ਐਮਐਲਏ ਸੀਗੇ ਅਕਾਲੀ ਦਲ ਬੀਜੇਪੀ, ਉਸ ਸਮੇਂ ਆਊਟਸੋਰਸ ਵਰਡ ਦਾ ਉਥਾਨ ਪਹਿਲੀ ਵਾਰ ਉਦੋਂ ਹੋਇਆ ਸੀ। ਸੋ ਬਿਲਕੁਲ ਇਹਦੇ ਅੰਦਰ ਪੂਰੀ ਪਾਰਦਰਸ਼ਤਾ ਹੋਊਗੀ, ਪੂਰੀ ਟਰਾਂਸਪੇਰੈਂਸੀ ਹੋਊਗੀ। ਕਿਸੇ ਕਿਸਮ ਦੀ ਕੋਈ ਵੀ ਇਲੀਗੈਲਿਟੀ ਇਸ ਐਕਟ ਦੇ ਅੰਦਰ ਨਹੀਂ ਹੋਣ ਦਿੱਤੀ ਜਾਊਗੀ। ਔਰ ਜਦੋਂ ਇਹਦੇ ਰੂਲ ਬਣਨਗੇ ਉਹ ਰੂਲ ਇੰਨੇ ਸਖਤ ਬਣਾਵਾਂਗੇ ਕਿ ਕੋਈ ਵੀ ਬੈਕਡੋਰ ਐਂਟਰੀ ਨਾ ਹੋਵੇ। ਇਸ ਤੋਂ ਇਲਾਵਾ 58 ਸਾਲ ਦੀ ਉਮਰ ਸੀਮਾ ਦੀ ਸ਼ਰਤ ਲਗਾ ਕੇ ਸਰਕਾਰ ਨੇ ਉਨ੍ਹਾਂ ਹਜ਼ਾਰਾਂ ਮੁਲਾਜ਼ਮਾਂ ਦੇ ਪੇਟ ਤੇ ਲੱਤ ਮਾਰੀ ਹੈ ਜੋ ਆਪਣੀ ਪੂਰੀ ਜਵਾਨੀ ਸਰਕਾਰੀ ਵਿਭਾਗਾਂ ਦੀ ਸੇਵਾ ਵਿੱਚ ਲੇਖੇ ਲਾ ਚੁੱਕੇ ਹਨ। 58 ਸਾਲ ਤੋਂ ਵੱਧ ਉਮਰ ਦੇ ਕਰਮਚਾਰੀਆਂ ਤੇ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ ਅਤੇ ਨਾ ਹੀ 58 ਸਾਲ ਦੀ ਉਮਰ ਤੋਂ ਬਾਅਦ ਠੇਕੇ ਦਾ ਨਵੀਨੀਕਰਨ ਕੀਤਾ ਜਾਵੇਗਾ। ਜਿਹੜੇ ਕਰਮਚਾਰੀ ਪਿਛਲੇ 15-20 ਸਾਲਾਂ ਤੋਂ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਸਨ ਅਤੇ ਆਸ ਲਗਾਈ ਬੈਠੇ ਸਨ ਕਿ ਸਰਕਾਰ ਉਹਨਾਂ ਨੂੰ ਪੱਕੇ ਕਰੇਗੀ, ਉਹਨਾਂ ਨੂੰ ਬਿਨਾਂ ਕਿਸੇ ਪੈਨਸ਼ਨ ਜਾਂ ਗ੍ਰੈਚੁਇਟੀ ਦੇ ਖਾਲੀ ਹੱਥ ਘਰ ਭੇਜਣ ਦੀ ਤਿਆਰੀ ਕਰ ਲਈ ਗਈ ਹੈ। ਸਰਕਾਰ ਨੇ ਬਿੱਲ ਵਿੱਚ ਅਜਿਹੀਆਂ ਸਖਤ ਸ਼ਰਤਾਂ ਵੀ ਜੋੜ ਦਿੱਤੀਆਂ ਹਨ ਜਿਨ੍ਹਾਂ ਨਾਲ ਛਾਂਟੀ ਦਾ ਖਤਰਾ ਹਰ ਵੇਲੇ ਸਿਰ ਤੇ ਮੰਡਰਾਉਂਦਾ ਰਹੇਗਾ। ਬਾਇਓਮੈਟ੍ਰਿਕ ਹਾਜ਼ਰੀ ਅਤੇ ਡਿਜੀਟਲ ਪਰਫਾਰਮੈਂਸ ਟਰੈਕਿੰਗ ਦੇ ਨਾਂ ਤੇ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਤਕਨੀਕੀ ਖਰਾਬੀ ਕਾਰਨ ਹਾਜ਼ਰੀ ਦਰਜ ਨਹੀਂ ਹੁੰਦੀ ਜਾਂ ਪਰਫਾਰਮੈਂਸ ਟਰੈਕਿੰਗ ਵਿੱਚ ਕੋਈ ਕਮੀ ਦਿਖਾਈ ਜਾਂਦੀ ਹੈ ਤਾਂ ਸਰਕਾਰ ਕੋਲ ਮੁਲਾਜ਼ਮ ਦੀ ਸੇਵਾ ਤੁਰੰਤ ਖਤਮ ਕਰਨ ਦਾ ਅਧਿਕਾਰ ਹੋਵੇਗਾ। ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਜੇਕਰ ਸਰਕਾਰ ਕਿਸੇ ਵਿਭਾਗ, ਕੰਮ ਜਾਂ ਪੋਸਟ ਨੂੰ ਖਤਮ ਕਰਨ ਦਾ ਫੈਸਲਾ ਲੈਂਦੀ ਹੈ ਤਾਂ ਉਸ ਅਧੀਨ ਕੰਮ ਕਰਦੇ ਕੰਟਰੈਕਟ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਨੋਟਿਸ ਦੇ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਇੱਕ ਹੋਰ ਵੱਡਾ ਧੋਖਾ ਕੇਂਦਰੀ ਸਕੀਮਾਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਨਾਲ ਹੋਇਆ ਹੈ। ਇਹ ਕਾਨੂੰਨ ਸਿਰਫ ਪੰਜਾਬ ਸਰਕਾਰ ਦੇ ਆਪਣੇ ਫੰਡਾਂ ਵਾਲੀਆਂ ਪੋਸਟਾਂ ਤੇ ਲਾਗੂ ਹੋਵੇਗਾ। ਸਰਬ ਸਿੱਖਿਆ ਅਭਿਆਨ, ਰਾਸ਼ਟਰੀ ਸਿਹਤ ਮਿਸ਼ਨ ਅਤੇ ਹੋਰ ਕੇਂਦਰੀ ਸਕੀਮਾਂ ਅਧੀਨ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਇਸ ਬਿੱਲ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਹ ਮੁਲਾਜ਼ਮ ਅੱਜ ਵੀ ਉਸੇ ਤਰ੍ਹਾਂ ਅਨਿਸ਼ਚਿਤਤਾ ਅਤੇ ਸ਼ੋਸ਼ਣ ਦੇ ਜਾਲ ਵਿੱਚ ਫਸੇ ਹੋਏ ਹਨ। ਪੁਰਾਣੇ ਬਕਾਏ ਦੀ ਜ਼ਿੰਮੇਵਾਰੀ ਤੋਂ ਵੀ ਸਰਕਾਰ ਸਾਫ਼ ਮੁੱਕਰ ਗਈ ਹੈ। ਪਿਛਲੇ ਸਾਲਾਂ ਦੌਰਾਨ ਠੇਕੇਦਾਰਾਂ ਅਤੇ ਆਊਟਸੋਰਸਿੰਗ ਏਜੰਸੀਆਂ ਨੇ ਮੁਲਾਜ਼ਮਾਂ ਦੇ ਪੀਐਫ, ਈਐਸਆਈ ਅਤੇ ਹੋਰ ਫੰਡਾਂ ਵਿੱਚ ਜੋ ਕਰੋੜਾਂ ਰੁਪਏ ਦਾ ਕਪਲਾ ਕੀਤਾ ਹੈ, ਉਸ ਦੀ ਭਰਪਾਈ ਕਰਨ ਦੀ ਜ਼ਿੰਮੇਵਾਰੀ ਸਰਕਾਰ ਨੇ ਨਹੀਂ ਲਈ। ਬਿੱਲ ਵਿੱਚ ਲਿਖਿਆ ਗਿਆ ਹੈ ਕਿ ਪੁਰਾਣੇ ਬਕਾਇਆਂ ਲਈ ਕਰਮਚਾਰੀ ਨੂੰ ਆਪਣੀ ਪੁਰਾਣੀ ਆਊਟਸੋਰਸਿੰਗ ਏਜੰਸੀ ਤੇ ਹੀ ਨਿਰਭਰ ਰਹਿਣਾ ਪਵੇਗਾ। ਸਾਰਿਆਂ ਨੂੰ ਪਤਾ ਹੈ ਕਿ ਇਹ ਏਜੰਸੀਆਂ ਕਾਗਜ਼ਾਂ ਵਿੱਚ ਗਾਇਬ ਹੋ ਜਾਂਦੀਆਂ ਹਨ। ਅਜਿਹੇ ਵਿੱਚ ਗਰੀਬ ਮੁਲਾਜ਼ਮ ਆਪਣੇ ਹੱਕ ਦੇ ਪੈਸੇ ਕਿਸ ਤੋਂ ਮੰਗਣਗੇ? ਮਾਨਸੂਨ ਸੈਸ਼ਨ ਦੇ ਆਖਰੀ ਦਿਨ ਬਿਨਾਂ ਕਿਸੇ ਬਹਿਸ ਜਾਂ ਚਰਚਾ ਦੇ ਇਸ ਬਿੱਲ ਨੂੰ ਜਲਦਬਾਜ਼ੀ ਵਿੱਚ ਪਾਸ ਕਰਵਾਉਣਾ ਇਹ ਸਾਬਿਤ ਕਰਦਾ ਹੈ ਕਿ ਸਰਕਾਰ ਦੀ ਨੀਅਤ ਵਿੱਚ ਖੋਟ ਸੀ। ਜੇਕਰ ਇਹ ਬਿੱਲ ਸੱਚਮੁੱਚ ਮੁਲਾਜ਼ਮਾਂ ਦੇ ਭਲੇ ਲਈ ਸੀ ਤਾਂ ਇਸ ਤੇ ਵਿਧਾਨ ਸਭਾ ਵਿੱਚ ਖੁੱਲ੍ਹ ਕੇ ਚਰਚਾ ਕਿਉਂ ਨਹੀਂ ਕਰਵਾਈ ਗਈ? ਵਿਰੋਧੀ ਧਿਰਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸੁਝਾਅ ਕਿਉਂ ਨਹੀਂ ਲਏ ਗਏ? ਪੰਜਾਬ ਦੇ ਦਰਜਾ 3 ਅਤੇ ਦਰਜਾ 4 ਮੁਲਾਜ਼ਮ ਜੋ ਹਸਪਤਾਲਾਂ, ਬਿਜਲੀ ਬੋਰਡਾਂ, ਫਾਇਰ ਬ੍ਰਿਗੇਡਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਦਿਨ-ਰਾਤ ਮਿਹਨਤ ਕਰਦੇ ਹਨ, ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇਤਿਹਾਸਿਕ ਫੈਸਲੇ ਦਾ ਡੰਡੋਰਾ ਪਿੱਟ ਕੇ ਸਰਕਾਰ ਨੇ ਇੱਕ ਅਜਿਹਾ ਢਾਂਚਾ ਖੜਾ ਕਰ ਦਿੱਤਾ ਹੈ ਜੋ ਮੁਲਾਜ਼ਮਾਂ ਨੂੰ ਪੱਕੀ ਨੌਕਰੀ ਦੇਣ ਦੀ ਬਜਾਏ ਅਨਿਸ਼ਚਿਤ ਠੇਕੇਦਾਰੀ ਸਿਸਟਮ ਵਿੱਚ ਹੀ ਉਲਝਾ ਕੇ ਰੱਖੇਗਾ। ਠੇਕੇਦਾਰ ਤਾਂ ਬਦਲ ਗਿਆ ਪਰ ਮੁਲਾਜ਼ਮਾਂ ਦੀ ਤਕਦੀਰ ਨਹੀਂ ਬਦਲੀ। ਪਹਿਲਾਂ ਠੇਕੇਦਾਰ ਸ਼ੋਸ਼ਣ ਕਰਦਾ ਸੀ, ਹੁਣ ਸਰਕਾਰ ਕਾਨੂੰਨੀ ਦਾਅ-ਪੇਚਾਂ ਰਾਹੀਂ ਉਹੀ ਕੰਮ ਕਰੇਗੀ। ਪੰਜਾਬ ਦੇ ਮੁਲਾਜ਼ਮਾਂ ਨੂੰ ਇਸ ਚਾਲਬਾਜ਼ੀ ਸਮਝਣੀ ਪਵੇਗੀ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਪਵੇਗੀ।